ਵਾਹਿਗੁਰੂ 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 ਵਾਹਿਗੁਰੂ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸਾਥੀ ਭਾਈ ਮਰਦਾਨਾ ਸਾਹਿਬ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਭਾਈ ਫਰਿੰਦੇ ਤੋਂ ਰਬਾਬ ਲੈ ਕੇ ਦਿੱਤੇ ਸੀ ਸੁਲਤਾਨਪੁਰ ਲੋਧੀ। ਪਰ ਇਹ ਰਬਾਬ ਕੇਵਲ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਜਨਮ ਨਹੀਂ ਹੈ। ਰਬਾਬ ਗੁਰੂ ਨਾਨਕ ਸਾਹਿਬ ਜੀ ਤੋਂ 1000 ਸਾਲ ਪਹਿਲਾਂ ਆ ਚੁੱਕੀ ਸੀ, ਕਿਉਂਕਿ ਰਬਾਬ ਦਾ ਜਨਮ ਬੁਖਾਰੇ ਦੇ ਇਸ ਸ਼ਹਿਰ ਵਿੱਚ ਹੋਇਆ ਹੈ, ਜਿਸ ਨੂੰ ਅਸੀਂ ਬਲਖ ਬੁਖਾਰਾ ਆਖਦੇ ਹਾਂ। ਬਲਖ ਵੱਖਰਾ ਹੈ, ਬੁਖਾਰਾ ਵੱਖਰਾ ਹੈ। ਬੜਾ ਇੱਕ ਸਿਆਣਾ ਆਦਮੀ ਜਿਨੇ ਇਹਨੂੰ ਜਨਮ ਕਰਾਇਆ ਹੈ, ਇਸ ਦਾ ਨਾਮ ਸੀ ਅਬੂ ਨਾਸਰ ਤੇ ਜੰਮਪਲ ਸੀ ਫਰਾਬ ਸ਼ਹਿਰ ਦਾ। ਇਸ ਕਰਕੇ ਇਸ ਨੂੰ ਜ਼ਿਆਦਾਤਰ ਅਬੂ ਨਾਸਰ ਨੂੰ ਜ਼ਿਆਦਾਤਰ ਕਰਕੇ ਹਕੀਮ ਫਰਾਬੀ ਕਿਹਾ ਜਾਂਦਾ ਸੀ। ਹਕੀਮ ਫਰਾਬੀ ਇੱਕ ਵਿਦਿਆ ਦਾ ਮਾਲਕ ਸੀ, ਇੱਕ ਫਿਲਾਸਫਰ ਸੀ, ਗਵਈਆ ਸੀ, ਵਜੰਤਰੀ ਸੀ। ਪਰਮਾਤਮਾ ਨੇ ਫਿਲਾਸਫਰ ਦਾ ਵੀ ਗੁਣ ਦਿੱਤਾ, ਵਿਦਿਆ ਦਾ ਵੀ, ਗਵਈਆ ਵੀ, ਵਜੰਤਰੀ ਵੀ ਤੇ ਸਾਜ਼ ਬਣਾਉਣ ਵਾਲਾ ਵੀ ਸੀ। ਵਿਦਿਅਕ ਗੱਲਾਂ ਦੇ ਸਿਵਾਏ ਹੋਰ ਕਿਸੇ ਚੀਜ਼ ਵਿੱਚ ਇਹਦਾ ਧਿਆਨ ਨਹੀਂ ਸੀ। ਹਰ ਸਮੇਂ ਇਹਨੇ ਕੋਈ ਨਾ ਕੋਈ ਆਪਣੀ ਮਨੋਬਿਰਤੀ ਨਾਲ ਕਿਸੇ ਨਾ ਕਿਸੇ ਚੀਜ਼ ਦੀ ਖੋਜ ਕਰਦੇ ਰਹਿਣਾ। ਸਾਨੂੰ ਹੁਕਮ ਵੀ ਹੈ ਸਤਿਗੁਰੂ ਦਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰਹਿ ਪਰੇਸ਼ਾਨੀ ਮਾਏ। ਕਹਿੰਦੇ ਇਸ ਦਿਲ ਨੂੰ ਖੋਜ, ਕੋਈ ਪਰੇਸ਼ਾਨੀ ਨਹੀਂ ਰਹੇਗੀ। ਗੁਰੂ ਸਾਹਿਬ ਕਹਿੰਦੇ ਇਸ ਮਨ ਕੋ ਖੋਜੋ ਭਾਈ। ਜਿਹੜਾ ਮਨੁੱਖ ਕਿਸੇ ਕਾਰ ਵਿਹਾਰ ਤੇ ਲੱਗਾ, ਕਿਰਤ ਤੇ ਲੱਗਾ, ਉਹਦਾ ਮਨ ਕਦੀ ਸ਼ੈਤਾਨ ਨਹੀਂ ਹੈ। ਕਿਰਤ ਕਰਨੀ, ਉਸ ਪ੍ਰਮਾਤਮਾ ਦੇ ਨਾਮ ਵੱਲ ਕਿਰਤੀ ਜੋੜ ਕੇ ਰੱਖਣੀ, ਆਨੰਦ ਹੁੰਦਾ ਮਨ ਨੂੰ। ਇਹ ਫਰਾਬੀ ਅਬੂ ਨਾਸਰ ਫਿਰ ਕਿਸੇ ਨਾ ਕਿਸੇ ਪਾਸੇ ਖੋਜ ਕਰਨ ਵਾਲਾ ਇਹ ਮਹਾਨ ਸਿਆਣਾ ਆਦਮੀ ਹਕੀਮ ਫਰਾਬੀ, ਘਰ ਦਾ ਸਮਾਨ ਤੇ ਖਾਨਾਦਾਰੀ ਨਾਲ ਕੋਈ ਇਹਦਾ ਤਾਲੁਕ ਨਹੀਂ ਸੀ। ਕਦੀ ਇਹਦਾ ਧਿਆਨ ਨਹੀਂ ਸੀ ਕਿ ਭਰਾ ਕੋਲ ਇੰਨੀ ਜ਼ਮੀਨ ਹੈ, ਮੈਂ ਉਹਦੇ ਚੋਂ ਹਿੱਸਾ ਲੈਣਾ, ਕੋਈ ਮਤਲਬ ਨਹੀਂ ਸੀ। ਕੱਪੜੇ ਵੀ ਮਾਮੂਲੀ ਪਾ ਕੇ ਰੱਖਣੇ। ਆਪਣੇ ਨਾਲ ਜੋ ਲੱਗਾ ਹੋਇਆ ਮਹਾਵਾਰੀ ਵਜੀਫਾ ਸੀ, ਉਹਦੇ ਵਿੱਚੋਂ ਸਿਰਫ ਇਹ 4 ਦਰਾਮ ਰੱਖਦਾ ਸੀ, ਬਾਕੀ ਰੁਪਏ ਸਾਰੇ ਹੀ ਮੋੜ ਦਿੰਦਾ ਸੀ। ਤਾਰੀਖ ਅਲ ਹੁਕਮਾ ਪੜ੍ਹਿਓ, ਵਿੱਚ ਇਸ ਰਾਗੀ ਦੇ ਹੋਣ ਦੀ ਅਜੀਬ ਹਕੀਕਤ ਲਿਖੀ ਹੋਈ ਹੈ ਕਿ ਜਦੋਂ ਇਹਨੇ ਰਬਾਬ ਨੂੰ ਜਨਮ ਦਿੱਤਾ, ਆਪਣੇ ਦਿਮਾਗ ਦੇ ਨਾਲ ਇਹਨੇ ਇਸ ਦੇਸ਼ ਵਿੱਚ ਰਹਿੰਦਿਆਂ, ਬੁਖਾਰੇ ਵਿੱਚ ਰਹਿੰਦਿਆਂ, ਇਹਨੇ ਰਬਾਬ ਨੂੰ ਬਣਾਇਆ। ਹੁਣ ਅਲ ਹੁਕਮਾ ਕੀ ਲਿਖਦਾ ਹੈ ਕਿ ਹਕੀਮ ਫਰਾਬੀ ਨੂੰ ਮਿਲਣ ਵਾਸਤੇ ਇੱਕ ਅਮੀਰ ਆਦਮੀ ਆਇਆ ਜੋ ਇਲਮੋ ਦੋਸਤ ਸੀ, ਬੜਾ ਉਤਾਵਲਾ ਸੀ, ਪਰ ਫਰਾਬੀ ਉਸਦੇ ਪਾਸ ਜਾਣੋਂ ਸੰਗਦਾ ਸੀ। ਇੱਕ ਦਿਨ ਅਮੀਰ ਆਪਣੀ ਮਹਿਫਲ ਐਸ਼ ਵਿੱਚ ਬੈਠਾ ਸੀ ਕਿ ਹਕੀਮ ਫਰਾਬੀ ਉੱਥੇ ਆ ਗਿਆ। ਕਿਉਂ ਕਈ ਵਾਰ ਇਹ ਮਿਲਣ ਆਇਆ ਸੀ, ਪਰ ਫਰਾਬੀ ਇਹਨੂੰ ਮਿਲਦਾ ਨਹੀਂ ਸੀ। ਪਰ ਇਹਦੀ ਹਾਲਤ ਬੁਰੀ, ਮੈਲੇ ਫੱਟੇ ਕੱਪੜੇ ਪਾਏ ਹੋਏ, ਸਿਰ ਉੱਪਰ ਚਿੱਥੜੇ ਲਪੇਟੇ ਹੋਏ ਸੀ, ਸੂਰਤ ਅਜੀਬ ਬਣਾਈ ਹੋਈ ਸੀ। ਮਹਿਫਲ ਵਾਲੇ ਪਹਿਲੇ ਤਾਂ ਦਰਬਾਨ ਨੂੰ ਗੁੱਸੇ ਹੋਏ ਕਿ ਐਸੇ ਆਦਮੀ ਨੂੰ ਅੰਦਰ ਕਿਉਂ ਆਉਣ ਦਿੱਤਾ। ਅੱਜ ਵੀ ਕੋਈ ਮਾੜਾ ਬੰਦਾ ਕਿਸੇ ਤਗੜੇ ਕੋਲ ਚਲਿਆ ਜਾਏ, ਉਹ ਪਿੱਛਾ ਛਡਾਉਂਦਾ ਹੈ ਕਿ ਇਹਨੂੰ ਕਮਾਉਣਾ ਵੀ ਨਹੀਂ ਹੈ। ਪਰ ਇਹ ਨਹੀਂ ਪਤਾ ਕਿ ਉਸ ਮਨੁੱਖ ਦੇ ਅੰਦਰ ਗੁਣ ਕੀ ਨੇ, ਉਹਦੇ ਅੰਦਰ ਪਰਮਾਤਮਾ ਨੇ ਕਿਸ ਤਰ੍ਹਾਂ ਦੀ ਉਹਦੀ ਅਵਸਥਾ ਬਣਾਈ ਹੈ। ਹੁਣ ਅਬੂ ਨਾਸਰ ਹਕੀਮ ਫਰਾਬੀ ਦੇ ਮੈਲੇ ਕੱਪੜੇ ਨੇ, ਸਿਰ ਤੇ ਚਿੱਥੜੇ ਲਵੇਟੇ ਹੋਏ ਨੇ, ਜੁੱਤੀ ਫਟੀ ਪੁਰਾਣੀ ਹੈ, ਹਾਲਤ ਬੜੀ ਬੁਰੀ ਹੈ। ਦਰਬਾਨ ਨੂੰ ਗੁੱਸੇ ਹੋ ਗਏ, ਤੂੰ ਇਹਨੂੰ ਅੰਦਰ ਕਿਉਂ ਆਉਣ ਦਿੱਤਾ ਹੈ। ਫਿਰ ਘਰ ਆਏ, ਨਾਲੇ ਮਖੌਲ ਤੇ ਛੇੜਖਾਨੀ ਵਿੱਚ ਰੁੱਝ ਗਏ। ਜਦੋਂ ਹਕੀਮ ਫਰਾਬੀ ਨੂੰ ਕੋਈ ਮਖੌਲ ਕਰਦਾ, ਕੋਈ ਛੇੜਖਾਨੀ ਕਰਦਾ, ਪਰ ਫਰਾਬੀ ਨੇ ਗੁੱਸਾ ਨਹੀਂ ਕੀਤਾ। ਉਹਨੇ ਆਪਣੇ ਬਗਲ ਵਿੱਚੋਂ ਇੱਕ ਵਾਜਾ ਕੱਢਿਆ ਜਿਹਦਾ ਨਾਂ ਰਬਾਬ ਸੀ।
ਆਪਣੀ ਮਸਤ ਧੁਨ ਦੇ ਵਿੱਚ ਉਹ ਵਜਾਉਣ ਲੱਗ ਪਿਆ। ਸਾਜ਼ ਦੀ ਆਵਾਜ਼ ਇੰਨੀ ਪਿਆਰੀ ਸੀ, ਇੰਨੀ ਮਿੱਠੀ ਸੀ, ਮਨ ਨੂੰ ਸਕੂਨ ਦੇਣ ਵਾਲੀ ਸੀ ਕਿ ਮਹਿਫਲ ਵਿੱਚ ਜਿੰਨੇ ਬੰਦੇ ਬੈਠੇ ਸੀ ਸਾਰੇ ਹੱਸਣ ਲੱਗ ਪਏ। ਫਿਰ ਉਸਨੇ ਪਰਦਾ ਬਦਲਿਆ। ਜਦੋਂ ਪਰਦਾ ਬਦਲਿਆ, ਸਾਜ਼ ਹੋਰ ਤਰੀਕੇ ਨਾਲ ਵਜਾਇਆ ਤੇ ਸਾਰੇ ਰੋਣ ਲੱਗ ਪਏ। ਉਹਨੇ ਸਾਜ਼ ਦਾ ਫਿਰ ਪਰਦਾ ਬਦਲਿਆ। ਅਸਰ ਕੀ ਹੋਇਆ? ਕਿਤਾਬ ਮਸ਼ਾਹਿਰ ਆਲਮ ਵਿੱਚ ਲਿਖਿਆ ਹੈ कि और तीसरा पर्दा बदलने के बाद तमाम मजलिस गाफिल और मदहोश हो गई। हकीम ने एक बाजे पर अपना नाम लिखा और तहरीर किया कि तुमको फराबी के मिलने का शौक था, वो आया, तुमने उसकी हंसी उड़ाई, अब फराबी तुमको हंसा, रुला और सुला कर जाता है। ਇਹ ਵਾਕਿਆ ਬਗਦਾਦ ਸ਼ਹਿਰ ਦਾ ਸੀ। ਜਦੋਂ ਇੰਨੀ ਗੱਲ ਸੁਣੀ, ਫਰਾਬੀ ਉੱਥੇ ਹੀ ਰਬਾਬ ਛੱਡ ਕੇ ਰਬਾਬ ਦੇ ਉੱਪਰ 3 ਗੱਲਾਂ ਲਿਖ ਕੇ ਚਲਿਆ ਗਿਆ ਕਿ ਫਰਾਬੀ ਨੂੰ ਤੂੰ ਪਹਿਲਾਂ ਮਿਲਣ ਆਉਂਦਾ ਸੀ, ਫਰਾਬੀ ਜਿੱਦਣ ਤੈਨੂੰ ਮਿਲਣ ਆਇਆ ਤੁਸੀਂ ਮਖੌਲ ਉਡਾਇਆ, ਮੇਰੀ ਬੇਇੱਜ਼ਤੀ ਕੀਤੀ। ਪਰ ਫਰਾਬੀ ਨੇ ਇਹੋ ਜਿਹਾ ਪਰਦਾ ਸਾਜ਼ ਦਾ ਵਜਾਇਆ ਕਿ ਆਪਣੀ ਰਬਾਬ ਤੇ ਇਹ ਲਿਖ ਕੇ ਚਲਿਆ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਹੱਸਾ ਕੇ, ਰੁਲਾ ਕੇ ਤੇ ਸੁਲਾ ਕੇ ਚਲਿਆ ਗਿਆ। ਕਮਾਲ ਦੀ ਗੱਲ ਹੈ। ਦੇਖੋ, ਗੁਰੂ ਨਾਨਕ ਸਾਹਿਬ ਤੋਂ 1000 ਸਾਲ ਪਹਿਲਾਂ ਰਬਾਬ ਬਗਦਾਦ ਵਿੱਚ ਵੱਜਦੀ ਹੈ। ਧੰਨ ਗੁਰੂ ਨਾਨਕ ਸਾਹਿਬ ਫਿਰ ਉੱਥੇ ਹੀ ਬਗਦਾਦ ਵਿੱਚ ਪਹੁੰਚ ਜਾਂਦੇ ਨੇ। ਉਹ ਵੀ ਵਾਕਿਆ ਬਗਦਾਦ ਦਾ ਤੇ ਗੁਰੂ ਨਾਨਕ ਸਾਹਿਬ ਜੀ ਵੀ। ਗੁਰੂ ਨਾਨਕ ਸਾਹਿਬ ਬਗਦਾਦ ਜਾਂਦੇ ਨੇ। ਗੁਰੂ ਨਾਨਕ ਕੋਲ ਸਮਾਨ ਉਹੀ ਹੈ, ਰਬਾਬ ਵੀ ਹੈ। ਹੁਣ ਮਹਿਫਲ ਨੂੰ ਹਸਾ ਰਵਾ ਕੇ ਸੁਆ ਸਕਦੇ ਨੇ। ਭਾਈ ਮਰਦਾਨਾ ਸਾਹਿਬ ਰਬਾਬ ਵਜਾਉਂਦੇ ਨੇ, ਪਰ ਰਬਾਬ ਵਿੱਚ ਉਹ ਹਸਾ ਵੀ ਸਕਦੇ ਨੇ, ਰੁਆ ਵੀ ਸਕਦੇ ਨੇ, ਸੁਆ ਵੀ ਸਕਦੇ ਨੇ। 3 ਪਰਦੇ ਨੇ, ਪਰ ਗੁਰੂ ਨਾਨਕ ਸਾਹਿਬ ਕੋਲ ਇੱਕ ਪਰਦਾ ਚੌਥਾ ਹੈ। ਇਸ ਦੀ ਤਸੀਰ ਬੜੀ ਡੂੰਘੇਰੀ ਹੈ। ਇਹ ਸੁਆ ਕੇ ਸੁੱਤੇ ਹੋਏ ਮਨੁੱਖ ਨੂੰ ਨੀਂਦਰ ਤੋਂ ਪਰੇ ਨਿਰਵਲਕ ਕਰ ਦਿੰਦੀ ਹੈ। ਉਸ ਨੂੰ ਖਿਆਲਾਂ ਦੀ ਦੁਨੀਆ ਤੋਂ, ਸ਼ਫੁਰਤੀ ਤੋਂ ਪਰੇ ਸੁੰਨ ਸਮਾਦ ਵਿੱਚ ਅਫੁਰ ਕਰ ਦਿੰਦੀ ਹੈ। ਹੁਣ ਰਬਾਬ ਉਹੀ ਹੈ। ਧੰਨ ਗੁਰੂ ਨਾਨਕ ਸਾਹਿਬ ਕੋਲ ਚੌਥੀ ਇਹਦਾ ਪਰਦਾ ਹੈ। ਗੁਰੂ ਬਾਬੇ ਦੇ ਬਗਦਾਦ ਵਿੱਚ ਜਾਵਣ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ। ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਹੋਆ ਜਹਾਨਾ, ਅਹਨਸ ਸੁਨ ਸਮਾਜ ਸਮਾਵੈ, ਰਾਮ ਕਲੀ ਮਹੱਲਾ ਪਹਿਲਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਗਦਾਦ ਵਿੱਚ ਉਸ ਵੇਲੇ ਪੀਰ ਦਸਤਗੀਰ ਦਾ ਜ਼ਮਾਨਾ ਤਸੱਦਬ ਸੀ। ਸ਼ਰਾ ਬੜੀ ਕਰੜੀ ਸੀ, ਰਾਗ ਹੁਕਮਨ ਬੰਦ ਸੀ, ਪਰ ਪੀਰ ਦਸਤਗੀਰ ਨੂੰ ਪਤਾ ਸੀ ਕਿ ਰਾਗ ਕੀ ਚੀਜ਼ ਹੈ, ਇਸ ਦੇ ਅਸਰ ਵਿੱਚ ਕੀ ਕਰਾਮਾਤ। ਅੱਜ ਤੋਂ 1000 ਸਾਲ ਪਹਿਲਾਂ ਕੋਈ ਫਰਾਬੀ ਇੱਥੇ ਰਬਾਬ ਵਜਾ ਕੇ ਗਿਆ ਸੀ, ਜਿਹੜਾ ਅਬੂ ਨਾਸਰ ਮੁਲਕ ਬੁਖਾਰੇ ਦਾ ਰਹਿਣ ਵਾਲਾ। ਕੋਈ ਹੱਸਦਾ ਸੀ, ਕੋਈ ਰੋਂਦਾ ਸੀ, ਕੋਈ ਸੌਂਦਾ ਸੀ, ਕਿਉਂਕਿ ਇਸ ਬਗਦਾਦ ਵਿੱਚ ਕੋਈ ਰਾਗ ਨਹੀਂ ਸੀ ਪੜ ਸਕਦਾ। ਅਸਰ ਵਿੱਚ ਕੀ ਕਰਾਮਾਤ ਹੈ। ਅਰਬੀ ਦੀਆਂ ਆਪਣੀਆਂ ਸੂਫੀ ਰਵਾਇਤਾਂ ਮੁਤਾਬਕ ਹੀ ਕਿਹਾ ਗਿਆ ਰਾਗ ਅੱਲਾ ਦੀ ਆਵਾਜ਼ ਹੈ। ਇਹ ਉਸ ਦੀ ਸਦ ਹੈ। ਇਸ ਦਾ ਜਵਾਬ ਰੂਹ ਦਿੰਦੀ ਹੈ। ਉਹ ਜਵਾਬ ਸਮਾਦ ਦੀ ਗੁੜਾਂਦ ਹੈ। ਪੀਰ ਨੂੰ ਪਤਾ ਸੀ, ਪੀਰ ਦਸਤਗੀਰ ਨੂੰ ਪਤਾ ਸੀ, ਜਿਹਦਾ ਅਸਲ ਨਾਮ ਪੀਰ ਬਲੋਲ ਸ਼ਾਹ ਸੀ। ਦਸਤਗੀਰ ਅਰਬੀ ਦਾ ਸ਼ਬਦ ਹੈ, ਕਿਸੇ ਦੀ ਬਾਂਹ ਪਕੜਨ ਵਾਲੇ ਨੂੰ ਆਖਦੇ ਨੇ। ਪੀਰ ਨੂੰ ਪਤਾ ਸੀ ਕਿ ਉਹਨਾਂ ਦਾ ਆਪਣਾ ਇੱਕ ਵਡਕਾ, ਇੱਕ ਬਾਪਤ ਕੀ ਕਹਿ ਗਿਆ ਹੈ। ਸਾਡੇ ਵੱਡੇ ਵਡੇਰੇ ਕੀ ਕਹਿ ਗਏ ਨੇ ਕਿ ਸੰਗੀਤ ਹੀ ਸਭ ਕੁਝ ਹੈ, ਧੁਨ ਹੈ, ਅੱਲਾ ਦੀ ਆਵਾਜ਼ ਹੈ, ਸੁਨ ਸਮਾਦ ਦੀ ਆਵਾਜ਼ ਹੈ। ਪਤਾ ਸੀ ਪੀਰ ਦਸਤਗੀਰ ਨੂੰ ਇਸ ਦੇ ਵਡਕੇ ਦਾ ਸਮੂਨ ਮੁਹਿਬ ਸੀ, ਕਿਉਂਕਿ ਪੀਰ ਦਸਤਗੀਰ ਦਾ ਜੋ ਵੱਡਾ ਵਡੇਰਾ ਸੀ ਸਮੂਨ ਮੁਹਿਬ, ਉਸਨੇ ਕਿਹਾ ਸੀ ਰਾਗ ਸਦ ਹੈ, ਅੱਲਾ ਵੱਲੋਂ ਰੂਹ ਨੂੰ। ਰੂਹ ਦਾ ਜਵਾਬ ਇਸ ਸਦ ਨੂੰ ਕੀ ਹੈ? ਵਜਦ ਵਿੱਚ ਆ ਜਾਣਾ, ਗਸ਼ ਮੂਰਛ ਹੋ ਜਾਣਾ, ਰੂਹ ਦਾ ਅੱਲਾ ਵਿੱਚ ਸਮਾ ਜਾਣਾ, ਕਿਉਂਕਿ ਇਹ ਸਮੂਨ ਮੁਹਿਬ ਦੇ ਲਫ਼ਜ਼ ਸੀ। ਪਰ ਗੁਰੂ ਨਾਨਕ ਦੇ ਰਾਗ ਵਿੱਚ ਅੱਲਾ ਦੀ ਸਦ ਸੀ। ਇਹ ਰਬਾਬ ਦੇ ਚੌਥੇ ਪਰਦੇ ਦੀ ਖੇਡ ਸੀ, ਜਿਸ ਦਾ ਪਤਾ ਫਰਾਬੀ ਨੂੰ ਵੀ ਨਹੀਂ ਸੀ ਕਿ ਕੇਵਲ ਮੇਰੇ ਕੋਲ 3 ਪਰਦੇ ਨੇ, ਪਰ ਗੁਰੂ ਨਾਨਕ ਸਾਹਿਬ ਨੇ ਚੌਥੇ ਪਰਦੇ ਦੀ ਮੀਂਡ ਨਿਆਰੀ ਸੀ। ਇਸ ਦੀ ਸੁਰ ਹੋਰ ਸੀ,
ਇਸ ਦਾ ਤਰਾਨਾ ਹੋਰ ਸੀ, ਇਸ ਦੀ ਲੈਅ ਵਿੱਚ ਪਰਲੇ ਸੀ, ਸੁਨ ਸੀ, ਇਸ ਦੇ ਤਾਲ ਵਿੱਚ ਡਰਾਪਾਸੀਨ ਸੀ, ਜਿਸ ਨਾਲ ਸੰਸਾਰ ਚੱਲ ਰਿਹਾ ਸੀ। ਮਾਇਆਵੀ ਨਾਟਕ ਇੱਕ ਛਿਨ ਲਈ ਬੰਦ ਹੋ ਜਾਂਦਾ ਹੈ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ। ਜਿਹੜੇ ਝੂਠੇ ਗੀਤ ਨੇ ਉਹ ਕੇਵਲ ਕੁਝ ਨਾ ਕੁਝ ਪਲ ਮਨ ਨੂੰ ਸਕੂਨ ਦਿੰਦੇ ਨੇ, ਪਰ ਜਿਹੜੇ ਰੱਬ ਦੇ ਗੀਤ ਨੇ ਉਹ ਸਦਾ ਵਾਸਤੇ ਸਰੀਰ ਮੁੱਕਣ ਤੋਂ ਬਾਅਦ ਵੀ ਆਤਮਾ ਨੂੰ ਸਕੂਨ ਦਿੰਦੇ ਨੇ। ਗੁਰੂ ਨਾਨਕ ਦੇ ਅਲਾਪ ਵਿੱਚ ਨਿਰੇ ਸੁਰਾਂ ਦੇ ਪਰਦੇ ਨਹੀਂ ਸੀ, ਸੱਟ ਹੇਠਾਂ ਤਰਬਾਂ ਸਨ। ਤਰਬਾਂ ਦੀ ਛਾਇਆ ਥੱਲੇ ਉਸ ਦਾ ਪਰਛਾਵਾਂ ਸੀ, ਜਿਸ ਦੀ ਪਸਰੀ ਹੋਈ ਵਿਆਪਕ ਹੋਂਦ ਵਿੱਚ ਅਨਾਹਦ ਸ਼ਬਦ ਦੀ ਚੁਨਕਾਰ ਸੀ। ਉਹ ਆਪ ਇਸ ਗੱਲ ਦੇ ਜਾਣੂ ਸਨ। ਉਹਨਾਂ ਨੂੰ ਪਤਾ ਸੀ ਕਿ ਉਹ ਕਿਸ ਕਲਾ ਦੇ ਮਾਲਕ ਸਨ। ਉਹਨਾਂ ਤਦ ਸਪਸ਼ਟ ਕਰ ਦਿੱਤਾ, ਗੁਰੂ ਨਾਨਕ ਸਾਹਿਬ ਸਪਸ਼ਟ ਕੀਤਾ, ਕਹਿੰਦੇ ਸ਼ਬਦ ਅਨਾਹਦ ਸੋ ਰਾਤਾ ਨਾਨਕ ਕਹਿ ਵਿਚਾਰਾ। ਸੰਸਾਰ ਦੀ ਸਾਰੀ ਰਚਨਾ ਇੱਕ ਵਿਸ਼ਵਤਾਲ ਵਿੱਚ ਚੱਲ ਰਹੀ ਹੈ। ਉਸ ਦੀ ਗਤ ਅਖੰਡ ਹੈ, ਉਸ ਦੀ ਲੈਅ ਅਟੁੱਟ ਹੈ। ਜਿਨ੍ਹਾਂ ਨੂੰ ਉਸ ਦੀ ਸਮਝ ਹੈ ਉਹਨਾਂ ਦਾ ਰਾਗ ਹੋਰ ਤਰ੍ਹਾਂ ਦਾ ਹੋਰ ਹੋ ਜਾਂਦਾ ਹੈ। ਉਹਨਾਂ ਦੇ ਸਾਜ਼ ਦੀਆਂ ਸੁਰਾਂ ਉੱਪਰਲੀਆਂ ਤਾਰਾਂ ਨਹੀਂ ਰਹਿੰਦੀਆਂ, ਉਹ ਤਰਬ ਹੋ ਜਾਂਦੀਆਂ ਨੇ। ਉਹਨਾਂ ਨੂੰ ਥਰਾਉਣ ਲਈ ਉਸ ਅਟੁੱਟ ਨਾੜ ਦਾ ਪ੍ਰਤੀਬਿੰਬ ਕੰਮ ਕਰਦਾ ਹੈ, ਜੋ ਅਖੰਡ ਸੁਰ ਵਿੱਚ ਬ੍ਰਹਿਮੰਡ ਦੀ ਗਤੀ ਨਾਲ ਸ਼ਫੁਰਤ ਹੈ। ਬਗੈਰ ਇਸ ਅਨਹਦ ਤਰੰਗ ਦੇ, ਬਗੈਰ ਇਸ ਅਥਾਹ ਜਲ ਤਰੰਗ ਦੇ ਹੁਲਾਰੇ ਦੇ, ਬਗੈਰ ਇਸ ਗੈਬ ਦੇ ਪਵਨ ਹੁਲਾਰੇ ਦੇ, ਬਗੈਰ ਇਸ ਅੰਦਰਲੀ ਪੁਸ਼ਟੀ ਦੇ, ਹੱਥ ਦਾ ਸਾਜ਼ ਇੱਕ ਥੋਥਾ ਹਥਿਆਰ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਹੱਥ ਕਰ ਤੰਤ ਵਜਾਵੈ ਜੋਗੀ ਥੁੱਥਰ ਵਾਜੈ ਬੈਨ। ਗੁਰੂ ਨਾਨਕ ਸਾਹਿਬ ਜਿੱਥੇ ਕਵੀ ਸੀ, ਗਵਈਏ ਸੀ, ਉੱਥੇ ਵਜੰਤਰੀ ਸੀ। ਸੱਚ ਇਹ ਹੈ ਕਿ ਉੱਥੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਢਾਡੀ ਵੀ ਆਖਦੇ ਸੀ। ਹਾਂ ਢਾਡੀ ਵੈਕਾਰ ਕਰੈ ਲਾਇਆ, ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਢਾਡੀ ਕਰੇ ਪਸਾਉ ਸ਼ਬਦ ਵਜਾਇਆ। ਮਾਂਝ ਰਾਗ ਵਿੱਚ ਸਤਿਗੁਰੂ 27 ਅੰਗ ਤੇ ਆਖਦੇ ਨੇ, ਪਰ ਇਹ ਉਹ ਢਾਡੀ ਸੀ ਜਿਸ ਦਾ ਤਰਾਨਾ ਅਨੋਖਾ ਸੀ। ਇਸ ਦੀ ਵੱਜ ਰਹੀ ਢੱਡ ਦੀ ਚਨਕਾਰ ਅਨਹਦ ਚੁੱਪ ਦਾ ਅੰਤਰਾ ਸੀ, ਜਿਸ ਵਿੱਚ ਸੁਣ ਦਾ ਲਹਿਰ ਹੁਲਾਰਾ ਸੀ। ਇਸ ਸੁਣ ਵਿੱਚੋਂ ਹੀ ਉਹ ਅਕਥ ਦਾ ਕਥਨ ਕਰਦਾ ਸੀ। ਢਾਡੀ ਕਥੇ ਅਕਥ ਸ਼ਬਦ ਸਵਾਰਿਆ, 23 ਅੰਗ ਤੇ ਮਾਂਝ ਰਾਗ ਵਿੱਚ। ਇਸੇ ਤਰ੍ਹਾਂ ਦੀ ਕੀਤੀ ਹੋਈ ਕਥਾ ਨਾਲ ਉਹ ਦੁਨੀਆ ਨੂੰ ਸੁਧਾਰਦੇ ਸੀ। ਉਹਨਾਂ ਠੱਗਾਂ ਨੂੰ ਧਰਮ ਪ੍ਰਚਾਰਕ ਬਣਾ ਦਿੰਦੇ ਸੀ। ਉਹਨਾਂ ਰਾਖਸ਼ਾਂ ਦੇ ਦੰਦ ਰਸ ਦੀ ਚਿਪਕਵੀਂ ਲੇਸ ਵਿੱਚ ਜੋੜ ਦਿੰਦੇ ਸੀ। ਇਸੇ ਕ੍ਰਿਸ਼ਮੇ ਨਾਲ ਉਹਨਾਂ ਨੇ ਬਗਦਾਦ ਦੇ ਸੰਗਸਾਰਾਂ ਦੇ ਹੱਥ ਥੰਮ ਦਿੱਤੇ ਸੀ। ਉਹ ਲੋਕ ਜੋ ਸ਼ਰ੍ਹਾ ਦੇ ਭੰਗ ਹੁੰਦੀ ਦੇਖ ਕੇ ਗਾਉਣ ਵਾਲੇ ਨੂੰ ਪੱਥਰ ਮਾਰਨ ਲੱਗ ਪੈਂਦੇ ਸੀ, ਸਾਜ਼ ਵਜਾਉਣ ਵਾਲੇ ਨੂੰ ਪੱਥਰ ਮਾਰਦੇ ਸੀ। ਉਸ ਦੀ ਬਾਂਗ ਦੀ ਕਨਘੋਰਤਾ ਦੇ ਘੁੰਮ ਰਹੇ ਹਨੇਰੇ ਵਿੱਚ ਉਪਜਰੀ ਸੁੰਝ ਦੇ ਝੋਕੇ ਹੇਠ ਆਪ ਹੀ ਪੱਥਰਾ ਗਏ ਸੀ। ਗੁਰੂ ਨਾਨਕ ਸਾਹਿਬ ਦਾ ਤਰੀਕਾ ਸੀ, ਆਮ ਸੁਧਾਰਕਾਂ ਵਾਲਾ ਤਰੀਕਾ ਨਹੀਂ ਸੀ ਗੁਰੂ ਨਾਨਕ ਸਾਹਿਬ ਦਾ। ਕਿਸੇ ਤਰੀਕੇ ਨਾਲ ਸਮਝਾਉਣਾ। ਉਹ ਉਪਦੇਸ਼ ਕੇਵਲ ਲੈਕਚਰ ਨਹੀਂ ਸੀ ਦਿੰਦੇ, ਇਕੱਠ ਨਹੀਂ ਸੀ ਕਰਦੇ। ਉਹਨਾਂ ਦੀ ਕਥਾ ਕਥ ਸੀ, ਪਰ ਜਦੋਂ ਉਹ ਬੋਲ ਕੇ ਕਿਸੇ ਨੂੰ ਮੁਖਾਤਬ ਕਰਦੇ ਸੀ, ਉਸ ਦੇ ਸੁਧਾਰ ਜਨਕ ਸ਼ਬਦਾਂ ਵਿੱਚ ਪੈਗੰਬਰਾਂ ਵਾਲੀ ਅੱਗ ਸੀ। ਉਸ ਦੇ ਲਫ਼ਜ਼ਾਂ ਵਿੱਚ, ਸਤਿਗੁਰੂ ਦੇ ਲਫ਼ਜ਼ਾਂ ਵਿੱਚ ਇਬਰਾਨੀ ਨਵੀਆਂ ਦੇ ਸਵਾਲੇ ਦੀ ਲਪਟ ਸੀ। ਉਹਨਾਂ ਦੇ ਬਚਨ ਪ੍ਰਜਲਤ ਲਾਟਾਂ ਸਨ। ਕੌਣ ਹੈ? ਇਸ ਵਾਕ ਵਿੱਚ ਪੰਗੰਬਰੀ ਭਾਖਰੇ ਸੇਕ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਐਲਾਨੇ ਕਹਿੰਦੇ ਸੀ, ਰਾਜੇ ਰਹਿਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਨ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ, ਦਰ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰਤ ਤੁਖਾਰ ਹਾਥੀ ਪਾਖਰੇ, ਬਾਗ ਮਿਲਕ ਘਰ ਬਾਰ ਕਿਸੇ ਸਹਿ ਆਪਣੇ, ਤੰਬੂ ਪਲੰਗ ਨਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਇਹ ਕਿਸੇ ਵਿਰਲੇ ਵਿੱਚ ਇਹ ਗੱਲ ਸੀ। ਕਿਸੇ ਨੂੰ ਲੈਕਚਰ ਦੇਣਾ ਸੌਖਾ ਹੈ, ਕਿਸੇ ਨੂੰ ਸੱਚੇ ਮਾਰਗ ਤੇ ਪਹੁੰਚਾ ਦੇਣਾ ਇਹ ਰੱਬੀ ਨੂਰ ਸੀ। ਕੌਣ ਹੈ ਐਸਾ ਮੂੜ ਜਿਸ ਨੂੰ ਇਹਨਾਂ ਬਚਨਾਂ ਦੇ ਉੱਠਦੇ ਲੰਬੇਦੇ ਹਿਲਰੇ ਪਰਛਾਵੇਂ ਵਿੱਚ ਭਵਿੱਖ ਹੋਣ ਦਾ ਉਜਾੜਾ ਦਿਸ ਰਿਹਾ ਸੀ। ਸ਼ਬਦ ਦੀ ਸਾਨ ਭਾਉਣ ਦੁਆਰੀ ਮੁਤਾਬਕ ਗੁਰੂ ਬਾਬੇ ਨੇ ਫਿਰ ਉੱਚੀ ਸਾਰੀ ਕਿਹਾ, ਅਵਲ ਆਉਲ ਦੀਨ ਕਰ ਮਿੱਠਾ, ਮਸ਼ਕਲ ਮਨ ਨਾ ਮਾਲ ਮੁਸਾਵੈ। ਆਪਣਾ ਮਾਲ ਲੁਟਾ ਦੇਵੇ ਮਸ਼ਕਲ ਦੀ ਮਾਨਿੰਦ, ਜਿਸ ਤਰ੍ਹਾਂ ਸ਼ਿਕਲੀ ਗਰ ਲੋਹੇ ਤੋਂ ਜੰਗਾਲ ਉਤਾਰ ਦਿੰਦਾ ਹੈ। ਬਾਬਾ ਜੋ ਕਹਿੰਦਾ ਸੀ ਉਹ ਅਨਹਦ ਸ਼ਬਦ ਦਾ ਵਾਕ ਰੂਪ ਪ੍ਰਤੀਬਿੰਬ ਹੁੰਦਾ ਸੀ। ਇਹ ਅਨਹਦ ਸ਼ਬਦ ਦੀ ਸਰੋਤ ਕੀ ਸੀ? ਅੰਤਰ ਆਤਮੇ ਜੋਤ ਨਾਲ ਮਿਲੀ ਜੋਤ ਦਾ ਸੁਰ ਸੰਗਮ ਸੀ।
ਕਮਾਲ ਦੀ ਗੱਲ ਹੈ, 1000 ਪਹਿਲਾਂ ਬਗਦਾਦ ਵਿੱਚ ਰਬਾਬ ਵੱਜਦੀ, ਮੁੜ ਰਬਾਬ ਨਹੀਂ ਵੱਜੀ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਗਏ ਉਦੋਂ ਰਬਾਬ ਵੱਜਦੀ ਹੈ। ਗੁਰੂ ਸਾਹਿਬ ਕਹਿੰਦੇ ਅਨਹਦ ਸ਼ਬਦ ਵਜਾਏ, ਜੋਤੀ ਜੋਤ ਧਰ, ਹਿਰਦੈ ਹਰ ਗੁਣ ਗਾਏ, ਜੈ ਜੈ ਸ਼ਬਦ ਹਰ। ਸੋਈ ਰਾਗ ਵਿੱਚ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹਦੀ ਕਥਾ ਨਿਰਾਲੀ ਹੈ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਸਧਾਰਨ ਤੌਰ ਤੇ ਦੇਖਿਆ ਜਾਵੇ ਤਾਂ ਸਾਰੀ ਕਥਨੀ ਹੀ ਕਿਸੇ ਅਕਥ ਦਾ ਪ੍ਰਤੀਅਨ ਹੈ, ਪਰ ਅੰਤਰ ਆਤਮੇ ਜੋਤ ਵਿੱਚ ਜੋਤ ਧਰ ਕੇ ਉਸ ਜੋਤ ਸਰੂਪੀ ਵਿੱਚ ਅਨੰਤ ਰੋਸ਼ਨੀ ਨੂੰ ਸ਼ਬਦ ਦਾ ਪ੍ਰਗਟ ਪ੍ਰਭਾਵ ਦੇਣਾ ਇਹ ਖੇਡ ਹੀ ਹੋਰ ਲਈ ਸੀ। ਅੰਦਰਲੇ ਸਾਜ਼ ਨੂੰ ਸੁਰ ਕਰਨ ਦਾ ਸਾਧਨ ਸੀ ਕਿ ਜਿੱਥੇ ਬਾਹਰ ਦਾ ਸਾਜ਼ ਹਸਤੀ ਦਾ ਆਪਣਾ ਨਗਮਾ ਹੈ, ਇਸ ਵਿੱਚ ਮਨ ਹੀ ਵਾਜਾ ਬਣ ਜਾਂਦਾ ਹੈ। ਮਨ ਨੂੰ ਵਜਾਇਆ ਜਾਂਦਾ ਹੈ। ਆਖ ਆਖ ਮਨ ਵਾਵਣਾ, ਮਨ ਨੂੰ ਵਾਵਣਾ, ਮਨ ਨੂੰ ਵਜਾਉਣਾ, ਮਨ ਨੂੰ ਟੁਣ ਟੁਣ ਕਰਕੇ ਸੁਰ ਲੈਣਾ, ਸੁਰ ਕਰ ਲੈਣਾ ਮਨ ਵਾਵਣਾ ਹੈ। ਜਦ ਮਨ ਵਾਜਾ ਬਣ ਜਾਏ ਤਾਂ ਹੋਰ ਅੰਦਰ ਦੇ ਅੰਗਾਂ ਦਾ ਕੀ ਹਾਲ ਹੈ। ਮਨ ਦੇ ਨਾਲ ਲੱਗਦੀ ਚੀਜ਼ ਮਤ ਹੈ, ਉਹ ਵੀ ਇਸ ਦੇ ਅਸਰ ਤੋਂ ਖਾਲੀ ਨਹੀਂ ਰਹਿੰਦੀ ਹੈ। ਮਤ ਵੀ ਸ਼ਾਮਲ ਵਾਜਾ ਬਣ ਜਾਂਦੀ ਹੈ। ਫਿਰ ਮਤ ਦੇ ਵੱਜਣ ਨਾਲ ਸਾਰਾ ਅੰਤःਕਰਨ ਵੱਜ ਉੱਠਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵਾਜਾ ਮਤ ਪਖਾਵਜ ਭਾਓ। ਪਖਾਵਜ ਦਾ ਅਰਥ ਹੁੰਦਾ ਤਬਲਾ। ਹੋਏ ਆਨੰਦ ਸਦਾ ਮਨ ਚਾਓ। ਕਹਿੰਦੇ ਬਾਹਰਲੇ ਸਾਜ਼ਾਂ ਵਿੱਚ ਅੰਦਰਲੇ ਸਾਜ਼ਾਂ ਵਿੱਚ ਫਰਕ ਹੈ। ਅੰਦਰਲੇ ਸਾਜ਼ਾਂ ਵਿੱਚ ਮਨ ਅਤੇ ਮਤ ਮਿਲ ਕੇ ਕੰਮ ਕਰਦੇ ਨੇ ਤੇ ਬਾਹਰਲੇ ਸਾਜ਼ ਹਉ ਆਸਰੇ ਹੁੰਦੇ ਨੇ। ਅੰਦਰਲੇ ਸਾਜ਼ ਅਨਹਦ ਦੀ ਚੁੱਪ ਖੁਮਾਰੀ ਵਿੱਚ ਝੂਮਦੇ ਨੇ ਤੇ ਬਾਹਰਲੇ ਸਾਜ਼ ਵਾਲੇ ਨੂੰ ਸਮਾਨ ਪ੍ਰਤਿਸ਼ਠਾ ਵਿੱਚ ਸੁਚੇਤ ਰੱਖਦੇ ਨੇ। ਇਹ ਉਹ ਲੋਕ ਹਨ ਜਿਨ੍ਹਾਂ ਦੇ ਬਾਬਤ ਗੁਰੂ ਬਾਬੇ ਨੇ ਕਿਹਾ ਹਉਮੈ ਵਿੱਚ ਗਾਵੇ ਬਿਰਥਾ ਜਾਏ, ਕਿ ਬਾਹਰ ਦਾ ਕੀਰਤਨ, ਬਾਹਰ ਦੇ ਵਾਜੇ ਕੇਵਲ ਹਉਮੈ ਕਰਕੇ ਹੈ। ਹਉ ਆਸਰੇ ਗਾਏ ਹੋਏ ਗੀਤ ਅਤਰੀਵੰਤ ਨਹੀਂ ਹੁੰਦੀ ਹੈ, ਸੁਣਤਾ ਦੀ ਲੈ ਨਹੀਂ ਹੁੰਦੀ ਹੈ, ਕੇਵਲ ਧਾਨ ਪ੍ਰਸਤਾਰ ਦੀ ਚਮਤਕਾਰ ਹੁੰਦੀ ਹੈ। ਮਾਇਆ ਕਰਕੇ ਬਾਹਰ ਦਾ ਵਾਜਾ ਵੱਜਦਾ, ਮਾਇਆ ਕਰਕੇ ਕੀਰਤਨ ਹੁੰਦਾ ਹੈ, ਪ੍ਰਭਾਵ ਤੋਂ ਬਗੈਰ ਸਵਾਦਹੀਨ ਹੁੰਦਾ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਅਸਲੀ ਰਾਗੀ ਜਿਸ ਵੇਲੇ ਗਾਉਂਦਾ ਉਸ ਦਾ ਰਾਗ ਕਈ ਰੂਪ ਬਦਲਦਾ ਹੈ, ਸੂਖਮ ਹੁੰਦਾ ਚਲਿਆ ਜਾਂਦਾ। ਉਸ ਦੀ ਆਵਾਜ਼ ਨਿਰੀ ਹਵਾ ਦੀ ਥਰਾਟ ਨਹੀਂ ਰਹਿੰਦੀ, ਉਸ ਦੀ ਵਾਯੂ ਵਿੱਚ ਸੀਤਲਤਾ ਸੇਜਲਤਾ ਆ ਜਾਂਦੀ ਹੈ। ਇਹ ਤਰਾਵਤ ਕਿੱਥੋਂ ਪੈਦਾ ਹੋਏਗੀ? ਕਿਸ ਤਰ੍ਹਾਂ ਇਹ ਸ਼ਬਨਮ ਵਾਕਣ ਬਗੈਰ ਮੀਂਹ ਦੇ ਸ਼ੋਰ ਚੁੱਪ ਵਾਸਤੇ ਵਸ ਜਾਏਗੀ? ਇਹ ਤਰੇਲ ਫੁਹਾਰ ਦੀ ਅੰਮ੍ਰਿਤ ਹੈ ਜੋ ਰਾਗ ਦੇ ਵਾਯੂ ਮੰਡਲ ਵਿੱਚ ਸਹਿ ਸੁਭਾ ਉਪਜ ਪੈਂਦੀ ਹੈ। ਤਦ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਰਾਗ ਰਤਨ ਪਰਵਾਰ ਪਰੀਆ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹ ਧਨ ਮਾਲ, ਜੇ ਕੋ ਬੂਝੈ ਇਹ ਵਿਚਾਰ। ਗੁਰੂ ਸਾਹਿਬ ਇਸ ਗੱਲ ਤੇ ਮੋਹਰ ਲਾਉਂਦੇ, ਕਹਿੰਦੇ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ। ਫਿਰ ਸਤਿਗੁਰੂ ਕਹਿੰਦੇ ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਰਾਗ। ਇਹਨਾਂ ਤੁਕਾਂ ਵਿੱਚ ਜਾਦੂ ਹੈ। ਸੁੱਕੇ ਦਿਲ ਦੀ ਪਿਆਸ ਕਿਸ ਤਰ੍ਹਾਂ ਮਿਟ ਸਕਦੀ ਹੈ? ਮਨ ਕਿਸ ਤਰ੍ਹਾਂ ਰਾਗ ਨਾਲ ਹਰਿਆ ਹੋ ਜਾਂਦਾ ਹੈ? ਬਾਗ ਵਾਕੁਣ ਖਿੜ ਪੈਂਦਾ ਹੈ। ਇਸ ਬਿਲਾਵਲ ਨਾਦ ਦਾ ਕੌਣ ਮੁੱਲ ਪਾ ਸਕਦਾ ਹੈ? ਸ਼ਾਇਦ ਇੰਗਲਿਸਤਾਨ ਦੇ ਇੱਕ ਕਵੀ ਸ਼ੈਲੀ ਇਸ ਨਾਦ ਨੂੰ ਆਪਣੀ ਤ੍ਰਿਖ ਬੂਬਾ ਲੈਂਦੇ ਨੇ। ਉਹਨੇ ਬੜਾ ਸੋਹਣਾ ਕਿਹਾ ਆਈ ਪੈਂਟ ਫੋਰ ਟੂ ਮਿਊਜ਼ਿਕ ਵਿਚ ਇਜ਼ ਡਰਾਈਵ ਮਾਈ ਹਾਰਟ ਇਨ ਦਾ ਥੈਟ ਇਜ਼ ਏ ਡਰਾਇੰਗ ਫਲਾਵਰ। ਉਹਨੇ ਬੜੀਆਂ ਸੋਹਣੀਆਂ 5-6 ਗੱਲਾਂ ਲਿਖੀਆਂ ਸ਼ੈਲੀ ਨੇ। ਸ਼ੈਲੀ ਉਹਦਾ ਨਾਮ ਸੀ, ਇੰਗਲਿਸਤਾਨ ਦਾ ਸੀ। ਕਹਿੰਦਾ ਸਭ ਕੁਝ ਹੀ ਮਨ ਕਰਕੇ ਰਾਗ ਪੈਦਾ ਹੁੰਦਾ ਹੈ, ਮਨ ਕਰਕੇ ਆਤਮਾ ਨੂੰ ਸਕੂਨ ਮਿਲ ਜਾਂਦਾ ਹੈ। ਪਰ ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਤ ਵਿਰਲਾ ਵਿਚਾਰੀ। ਕੋਈ ਵਿਰਲਾ ਹੁੰਦਾ ਜਿਹੜਾ ਇਸ ਗੱਲ ਨੂੰ ਸਮਝਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਉਹ ਸਾਥੀ ਚੁਣਿਆ, ਆਪਣਾ ਯਾਰ, ਆਪਣਾ ਮਿੱਤਰ ਬਣਾਇਆ, ਜਿਹਨੂੰ ਭਾਈ ਮਰਦਾਨਾ ਜੀ ਡੂਮ ਮਰਾਸੀ ਭਾਵੇਂ ਨੀਵੀਂ ਜਾਤ ਹੋਣ ਕਰਕੇ ਕੋਈ ਸਮਝਦਾ ਨਹੀਂ ਸੀ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣਾ ਯਾਰ ਬਣਾ ਲਿਆ। ਸਾਹਿਬ ਨੇ ਆਪਣਾ ਯਾਰ ਹੀ ਉਹ ਚੁਣਿਆ। ਤੇ ਜਦੋਂ ਫਿਰ ਗੁਰੂ ਨਾਨਕ ਦੇਵ ਜੀ ਬਗਦਾਦ ਬਾਹਰ ਜਾਂਦੇ ਨੇ ਪ੍ਰਦੇਸ਼ਾਂ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਨਾਮ ਸਿਮਰਤ ਰਹੋ ਜਪ ਲੱਗ ਘੱਟ ਸਾਸ, ਕਿਉਂਕਿ ਹਰ ਸਮੇਂ ਕੀਰਤਨ ਦੀ ਸਾਂਝ ਪਈ ਰਹਿਣੀ। ਭਾਈ ਮਰਦਾਨਾ ਜੀ ਸਤਿਗੁਰੂ ਦਾ ਸੱਚਾ ਦੋਸਤ। ਤਰੇਲ ਤੁਪਕੇ ਵਿੱਚ ਭਾਈ ਵੀਰ ਸਿੰਘ ਜੀ ਇਹ ਗੱਲ ਲਿਖਦੇ ਨੇ, ਯਾਦ ਸੱਜਣ ਦੀ ਹਰਦਮ ਰਹਿੰਦੀ, ਲਹਿ ਗਈ ਡੂੰਘੇ ਥਾਈਂ
ਵਾਂਗ ਸੰਗੀਤ ਲਹਿਰ ਦੀ ਅੰਦਰ ਬਣ ਗਈ ਰਾਗ ਇਲਾਹੀ। ਦਾਰੂ ਵਾਂਗ ਸਰੂਰ ਚਾੜਦੀ ਤਰਬ ਵਾਂਗ ਥਰਰਾਵੇ, ਖਿੱਚ ਤੇ ਰਸ ਭਿੰਨੀ ਕਸ ਗਏ ਲੱਗੇ ਫਿਰ ਸੁਖਦਾਈ। ਕੀਰਤਨ ਹੀ ਕੀਰਤਨ ਗੁਰੂ ਸਾਹਿਬ ਜੀ ਨੇ ਕਰ ਦਿੱਤਾ। ਹੁਣ ਇਉਂ ਲੱਗਦਾ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਉੱਥੇ ਭਾਈ ਮਰਦਾਨਾ ਜੀ ਨਾਲ ਨੇ, ਕਿਉਂਕਿ ਮਰਦਾਨਾ ਉਹਨਾਂ ਦੀ ਸੰਸਾਰ ਯਾਤਰਾ ਦਾ ਇੱਕ ਹਿੱਸਾ ਲੱਗਦਾ ਹੈ। ਤੁਸੀਂ ਸਾਰੀਆਂ ਸੰਗਤਾਂ ਬੈਠੋ, ਕਦੀ ਮਹਿਸੂਸ ਕਰਿਓ ਜਿੱਥੇ ਗੁਰੂ ਨਾਨਕ ਸਾਹਿਬ ਉੱਥੇ ਭਾਈ ਮਰਦਾਨਾ ਜੀ। ਇੱਕ ਨਾਂ ਅਲੱਗ ਹੋਣ ਵਾਲਾ ਜੁਝ ਹੈ। ਉਹ ਮਰਦਾਨਾ ਉਹਨਾਂ ਦਾ ਕੀ ਸਿੱਖ ਸੀ, ਚੇਲਾ ਸੀ, ਜਾਂ ਹੋਰ ਕੁਝ ਵੀ ਉਹਨਾਂ ਦੇ ਹਰ ਵਕਤ ਦਾ ਸਾਥੀ ਹੋਣ ਕਰਕੇ ਸ਼ਖਾ ਉਹਨਾਂ ਦਾ ਜ਼ਰੂਰ ਸੀ, ਮਿੱਤਰ ਸੀ। ਇਹ ਉਸ ਵਿੱਚ ਵਾਧਾ ਸੀ ਕਿ ਉਸ ਦੀ ਹੈਸੀਅਤ ਇੱਕ ਦੋਸਤ ਦੀ ਸੀ, ਇੱਕ ਮਿੱਤਰ ਦੀ ਸੀ, ਜਿਸ ਨਾਲ ਉਹ ਆਪ ਹੱਸ ਖੇਡ ਸਕਦੇ ਸਨ, ਠੱਠਾ ਮਕੌਲ ਵੀ ਕਰਦੇ ਸੀ ਕਿ ਐਡੇ ਪੰਗੰਬਰਾਂ ਨੂੰ ਕੀ ਦੋਸਤ ਦੀ ਲੋੜ ਹੈ। ਪ੍ਰਾਤਨ ਕਥਾ ਲਿਖੀ ਹੈ ਕਿ ਇੱਕ ਵਾਰ ਭਗਵਾਨ ਕ੍ਰਿਸ਼ਨ ਦੇਵਤਿਆਂ ਦੀ ਮਦਦ ਲਈ ਇੱਕ ਯੁੱਧ ਵਿੱਚ ਸ਼ਾਮਲ ਹੋ ਗਏ। ਕ੍ਰਿਸ਼ਨ ਦੀ ਸਹਾਇਤਾ ਨਾਲ ਦੇਵਤਿਆਂ ਦੀ ਫਤਿਹ ਹੋਈ। ਦੇਵਤਿਆਂ ਨੇ ਕ੍ਰਿਸ਼ਨ ਨੂੰ ਆਖਿਆ, ਤੁਸੀਂ ਕੁਛ ਵਰ ਮੰਗੋ। ਕ੍ਰਿਸ਼ਨ ਜੀ ਕੀ ਚੀਜ਼ ਮੰਗਦੇ? ਕਹਿੰਦੇ ਥੋੜ ਜੇ ਜੋ ਵਰ ਦੇਣ ਪੂਰੀ ਕਰਦੇ ਹੋ। ਉਸ ਕੋਲ ਸਭ ਕੁਝ ਸੀ, ਰਾਜ ਸੀ, ਸੁੱਖ ਸੀ, ਦੁਆਪਰ ਦੇ ਮਾਲਕ ਸੀ, ਸਭ ਨੂੰ ਦੇਣ ਵਾਲੇ। ਪਰ ਜੇ ਉਹ ਵਰ ਨਹੀਂ ਮੰਗਦਾ ਤਾਂ ਦੇਵਤੇ ਸ਼ਰਾਪ ਦੇਣਗੇ, ਜਿਸ ਨਾਲ ਹਾਨੀ ਦਾ ਡਰ ਸੀ। ਕ੍ਰਿਸ਼ਨ ਜੀ ਨੇ ਸੋਚ ਕੇ ਇੱਕ ਚੀਜ਼ ਮੰਗੀ। ਕਹਿਣ ਲੱਗੇ, ਮੈਨੂੰ ਜੇ ਵਾਰੀ ਦੇਣਾ ਇੱਕ ਵਰਦਾਨ ਦਿਓ ਕਿ ਮੇਰਾ ਦੋਸਤ ਅਰਜਨ ਹੋਵੇ। ਕ੍ਰਿਸ਼ਨ ਜੋ ਭਗਵਾਨ ਕਰਕੇ ਪੂਜਿਆ ਜਾਂਦਾ, ਲక్ష్ਮੀ ਜਿਸ ਦੀ ਸੇਵਾ ਵਿੱਚ ਖੜੋਤੀ ਰਹਿੰਦੀ ਹੈ, ਰਿੱਧੀਆਂ ਸਿੱਧੀਆਂ ਜਿਸ ਦੇ ਵਸ ਸਨ, ਉਸ ਕ੍ਰਿਸ਼ਨ ਨੂੰ ਵੀ ਕਿਸੇ ਚੀਜ਼ ਦੀ ਲੋੜ ਹੈ, ਤੇ ਉਹ ਲੋੜ ਸੀ ਇੱਕ ਦੋਸਤ ਦੀ, ਦੋਸਤ ਦੇ ਜਜ਼ਬੇ ਦੀ ਸੰਭਾਲ। ਕਿਉਂ ਕਬੀਰ ਸਾਹਿਬ ਜੀ ਇੱਕ ਦੋਸਤ ਲੱਭਦੇ ਫਿਰਦੇ ਨੇ। ਕਬੀਰ ਸਾਹਿਬ ਨੇ ਵੀ ਇੱਕ ਦੋਸਤ ਦੀ ਮੰਗ ਕੀਤੀ ਹੈ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਕਬੀਰ ਸਾਹਿਬ ਕਹਿੰਦੇ ਇਹ ਸਾਰਾ ਜਗ ਫਿਰਿਆ ਦੋਸਤ ਦੀ ਤਲਾਸ਼ ਵਿੱਚ। ਮੋਢੇ ਉੱਤੇ ਢੋਲ, ਮਾਂਦਲ ਦਾ ਹੁੰਦਾ ਢੋਲ ਚੁੱਕਿਆ ਹੋਇਆ ਸੀ ਤੇ ਡੌਂਡੀ ਪਿੱਟ ਰਿਹਾ ਸੀ, ਪਰ ਸਾਰੀ ਦੁਨੀਆ ਠੋਕ ਵਜਾ ਕੇ ਦੇਖ ਲਈ, ਅਸਲੀ ਮਿੱਤਰ ਨਹੀਂ ਲੱਭਾ। ਫਰੀਦ ਸਾਹਿਬ ਜੀ ਵੀ ਮਿੱਤਰ ਹੀ ਉਹਦਾ ਇੱਕ ਜ਼ਿਕਰ ਕਰਦੇ ਨੇ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁਟੇਂਦੀ ਨਾਲ ਹਾਂ, ਧੁੱਖਾਂ ਜਿਉਂ ਮਲਹੀ ਕਾਰਨ ਤਿੰਨਾ ਮਾਂ ਪਿਰੀ। ਪਿਆਰੇ ਸੱਜਣ ਦੀ ਤਲਾਸ਼ ਵਿੱਚ ਮੈਂ ਮਾਲਹੀ ਦੀ ਅੱਗ ਭਖ ਰਿਹਾ ਹਾਂ। ਗੱਲਾਂ ਵਿੱਚ ਪੂਰੇ ਉਤਰਨ ਵਾਲੇ ਤਾਂ 20 ਦੋਸਤ ਮਿਲ ਜਾਂਦੇ ਨੇ। ਫਰੀਦਾ ਗਲੀ ਸੋ ਸੱਜਣ 20 ਸੱਜਣ ਮਿਲ ਜਾਣਗੇ, ਪਰ ਅਸਲ ਸੱਜਣ ਜਿਹੜਾ ਹੈ ਉਹ ਨਹੀਂ ਮਿਲਦਾ। ਗੁਰੂ ਅਮਰਦਾਸ ਸਾਹਿਬ ਜੀ, ਮੈਂ ਸੋਚ ਰਿਹਾ ਸੀ, ਉਹ ਵੀ ਦੋਸਤ ਦੀ ਘਾਟ ਮਹਿਸੂਸ ਕਰਦੇ। ਸਤਿਗੁਰ ਸੱਚੇ ਪਾਤਸ਼ਾਹ ਸ਼ਲੋਕ 12 ਤੇ ਵਧੀਕ ਵਿੱਚ ਆਖਦੇ ਨੇ, ਗੁਰਮੁਖ ਸਹੁ ਕਰ ਦੋਸਤੀ, ਸਤਿਗੁਰ ਸੋ ਲਾਇ ਚਿੱਤ, ਜੰਮਨ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿਤ। ਪਰ ਦੋਸਤ ਲੱਭਦਾ ਕਿਉਂ ਨਹੀਂ? ਇਸ ਵਿੱਚ ਵਾਧਾ ਕੀ ਹੈ? ਬੜੀਆਂ ਦੋਸਤੀਆਂ ਦੇਖੀਆਂ ਜੋ ਪੈਸੇ ਪਿੱਛੇ ਟੁੱਟ ਜਾਂਦੀਆਂ ਨੇ। ਦੁਨੀਆਦਾਰੀ ਦੀ ਮਿੱਤਰਤਾ ਹੁੰਦੀ ਹੈ ਕਿਸੇ ਸੰਸਾਰਕ ਫਾਇਦੇ ਕਰਕੇ, ਆਪਣੇ ਲਾਲਚ ਕਰਕੇ, ਲੱਭ ਕਰਕੇ ਬੰਦਾ ਇੱਕ ਦੂਜੇ ਨੂੰ ਦੋਸਤ ਬਣਾਉਂਦਾ ਹੈ। ਗੁਰੂ ਸਾਹਿਬ ਦਾ ਹੁਕਮ ਹੈ ਨਾ, ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ। ਰਾਮਕਲੀ ਰਾਜ ਸਤਿਗੁਰੂ ਕਹਿੰਦੇ ਮਨਮੁਖਾਂ ਦੀ ਦੋਸਤੀ। ਪਰ ਜੋ ਦੋਸਤੀ ਗੁਰੂ ਨਾਨਕ ਦੀ ਮਰਦਾਨੇ ਨਾਲ ਸੀ, ਉਹ ਮਾਇਆ ਦਾ ਸੰਬੰਧ ਨਹੀਂ ਸੀ। ਉਹਨਾਂ ਦੋਨਾਂ ਦੇ ਵਿੱਚ ਦੁਨੀਆ ਦਾ ਵੱਖਰੀ ਲੈ ਸੀ। ਉਹ ਮਾਇਆ ਦੇ ਪਰਦੇ ਵਿੱਚ, ਹੁਨਰ ਦੇ ਘਰ ਵਿੱਚ ਇੱਕ ਸੁਰ ਸੀ। ਉਹਨਾਂ ਦੀ ਆਵਾਜ਼ ਇੱਕ ਸੁਰ ਸੀ, ਉਹਨਾਂ ਦਾ ਮਨ ਇੱਕ ਸੁਰ ਸੀ, ਉਹਨਾਂ ਦਾ ਸੰਬੰਧ ਸੁਰ ਸੰਬੰਧ ਸੀ। ਫਰਕ ਸਿਰਫ ਇਤਨਾ ਸੀ ਕਿ ਬਾਬਾ ਸੁਰ ਤੋਂ ਉੱਪਰ ਉੱਠ ਜਾਂਦਾ ਸੀ, ਸ਼ਬਦ ਤੋਂ ਅਨਾਹਦ ਸ਼ਬਦ ਵਿੱਚ ਚਲਿਆ ਜਾਂਦਾ ਸੀ, ਹੁਨਰ ਤੋਂ ਉੱਠ ਕੇ ਸੁਨ ਸਮਾਦ ਵਿੱਚ ਚਲਿਆ ਜਾਂਦਾ ਸੀ। ਉਹ ਅਨਹਤ ਸੁਨ ਵਿੱਚ ਪਰਮਾਤਮਾ ਨਾਲ ਬਾਬਾ ਇੱਕ ਰੂਪ ਹੋ ਕੇ ਵਿਚਰਦਾ ਸੀ। ਸਿੱਧ ਗੋਸ਼ਟ ਵਿੱਚ ਗੁਰੂ ਸਾਹਿਬ ਕਹਿੰਦੇ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਧੰਨ ਭਾਈ ਮਰਦਾਨਾ ਸਾਹਿਬ। ਤੇ ਜੇ ਕਲਯੁਗ ਨੂੰ ਦੇਖ ਕੇ ਮਰਦਾਨਾ ਜੀ ਡਰਦੇ ਨੂੰ ਭੁੱਲ ਗਿਆ, ਉਸ ਨੂੰ ਯਾਦ ਨਾ ਆਉਣਾ ਰਿਹਾ ਕਲਯੁਗ ਦਾ ਇਲਾਜ ਕੀ ਹੈ? ਉਹ ਹੈ ਕੀਰਤਨ, ਜੋ ਉਸ ਦੇ ਪਾਸ ਮੌਜੂਦ ਸੀ। ਇਹੋ ਗੱਲ ਬਾਬਾ ਯਾਦ ਕਰਾਉਂਦੇ ਸੀ, ਬਾਰ-ਬਾਰ ਦ੍ਰਿੜ ਕਰਵਾਉਂਦੇ ਸੀ, ਅਭਿਆਸ ਕਰਾਉਂਦੇ ਸੀ। ਗੁਰੂ ਬਾਬੇ ਦੀ ਦੋਸਤੀ ਮਰਦਾਨੇ ਨਾਲ ਸੰਸਾਰ ਨੂੰ ਇੱਕ ਸੰਕੇਤ ਸੀ, ਸੁਰਤ ਦੇ ਸ਼ਬਦ ਦਾ ਮਿਲਾਪ ਸੀ। ਬਾਬਾ ਸ਼ਬਦ ਰੂਪ ਸੀ, ਮਰਦਾਨਾ ਸੁਰਤ ਸੀ।
ਸੁਰਤ ਭੁੱਲ ਜਾਂਦੀ ਸੀ, ਕਲਯੁਗ ਆ ਜਾਂਦਾ ਸੀ। ਸੁਰਤ ਡਰ ਜਾਂਦੀ ਸੀ, ਸ਼ਬਦ ਦੀ ਤਾਰ ਟੁੱਟ ਜਾਂਦੀ ਸੀ, ਸ਼ੋਰ ਪਾਉਣ ਲੱਗ ਜਾਂਦੀ ਸੀ। ਬਾਬੇ ਨੇ ਮਰਦਾਨੇ ਨੂੰ ਇਹੋ ਗੱਲ ਸਮਝਾਈ, ਡਰ ਨਾ, ਤੇ ਕਿਹਾ ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਮਰਨਾ ਮਨ ਕਾ ਸੋਰ। ਡਰ ਤੋਂ ਸ਼ੋਰ ਪ੍ਰਾਪਤ ਹੁੰਦਾ, ਸ਼ੋਰ ਤੋਂ ਡਰ ਮਿਲਦਾ ਹੈ। ਜਿਤਨਾ ਸ਼ੋਰ ਜ਼ਿਆਦਾ ਪਾਉਂਦੇ ਉਤਨਾ ਡਰ ਵੱਧ ਜਾਂਦਾ ਹੈ। ਸ਼ੋਰ ਤੇ ਡਰ ਆਪਸ ਵਿੱਚ ਇੱਕ ਚੱਕਰ ਵਾਂਗ ਸੰਗਲਬੰਦ ਹੈ। ਜੇ ਡਰੇ ਨਾ ਤੇ ਸਿਲਸਿਲਾ ਟੁੱਟ ਸਕਦਾ ਹੈ, ਪਰ ਡਰੇ ਕਿਵੇਂ ਨਾ। ਜੇ ਸ਼ੋਰ ਦੇ ਉਲਟ ਬਿਲਤੀ ਧਾਰਨ ਕਰੇ, ਸ਼ੋਰ ਹੈ ਬੇਸੁਰਾਪਨ ਹੈ, ਇਸ ਦਾ ਉਲਟ ਸੁਰੀਲਾਪਨ ਹੈ। ਇਹੋ ਕੀਰਤਨ, ਇਹੋ ਸੰਗੀਤ ਹੈ। ਅੰਤਰ ਆਤਮੇ ਸੁਰਤ ਸ਼ਬਦ ਵਿੱਚ ਜੁੜ ਜਾਏ, ਇਹ ਨਾਮ ਕੀਰਤਨ ਹੈ। ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ। ਇਹ ਅੰਦਰਲੀ ਹਾਰਮੋਨੀ ਹੈ, ਅੰਦਰਲੀ ਸੁਰੀਲਤਾ ਹੈ। ਇਹ ਹੁਨਰ ਹੈ, ਮਜਬ ਦਾ ਹੁਨਰ ਹੈ, ਜੋ ਨਾਦ ਬ੍ਰਹਮ ਨੂੰ ਸਿਖਿਆਤ ਕਰ ਲੈਂਦਾ ਹੈ। ਜਰਮਨ ਦੇ ਫਿਲਾਸਫਰ ਸੈਲਿੰਗ ਨੇ ਵੀ ਇਹ ਗੱਲ ਕਹੀ ਸੀ, ਆਰਟ ਰਿਲੀਗੋਇਨ ਐਂਡ ਦਾ ਲਿਵਿਟੇਸ਼ਨ ਈਰ ਇਨ ਵਨ ਦਾ ਸਮਥਿੰਗ ਸੁਪੀਰੀਅਰ, ਕਿ ਸਭ ਕੁਝ ਅੰਦਰਲੀ ਸੁਗਿਲਤਾ ਕਰਕੇ ਹੈ, ਅੰਦਰਲੀ ਸੁਰ ਕਰਕੇ ਹੈ। ਇਸ ਕਰਕੇ ਬਾਬੇ ਦੀ ਮਿੱਤਰਤਾ ਦੇਖੋ ਕਿਤਨੀ ਅਜੀਬ ਘਟਨਾ ਹੈ। ਕ੍ਰਿਸ਼ਨ ਦਾ ਦੇਵਤਿਆਂ ਕੋਲ ਮਿੱਤਰਤਾ ਬਾਬਤ ਵਰ ਮੰਗਣਾ ਅਜੀਬ ਘਟਨਾ ਹੈ ਨਾ। ਕੋਈ ਹੋਰ ਵੀ ਮੰਗ ਸਕਦੇ ਸੀ, ਕਹਿੰਦੇ ਨਹੀਂ ਦੋਸਤ ਦੀ ਲੋੜ ਹੈ। ਦੇਵਤਿਆਂ ਕੋਲ ਸ਼ਾਇਦ ਇਹ ਚੀਜ਼ ਨਹੀਂ ਸੀ, ਉਹਨਾਂ ਨੂੰ ਦੋਸਤੀ ਦੀ ਸਵਾਦ ਦਾ ਪਤਾ ਹੀ ਨਹੀਂ ਸੀ। ਦੇਵਤਿਆਂ ਉੱਪਰ ਬੱਧੀ ਆਪਸ ਵਿੱਚ ਲੜਦੇ ਰਹੇ, ਵਿਸ਼ਾਹਘਾਤ ਕਰਦੇ ਰਹੇ, ਮਿੱਤਰ ਘਾਤ ਹੁੰਦੇ ਰਹੇ। ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਅਗਨੀ, ਇਹਨਾਂ ਦੇ ਪਰਸਪਰ ਝਗੜਿਆਂ ਨਾਲ ਪ੍ਰਾਣ ਭਰੇ ਪਏ ਨੇ। ਸ਼ਿਵ ਨੇ ਇੱਕ ਵਾਰ ਬ੍ਰਹਮਾ ਦਾ 5ਵਾਂ ਸਿਰ ਕੱਟ ਦਿੱਤਾ ਸੀ। ਕੇਵਲ ਕ੍ਰਿਸ਼ਨ ਜੀ ਨੂੰ ਪਤਾ ਸੀ ਦੋਸਤੀ ਕੀ ਹੈ। ਉਹ ਆਪਣੇ ਬਾਲ ਸਖਾ ਸੁਦਾਮੇ ਨਾਲ ਮਿੱਤਰਤਾ ਕਰਦੇ ਨੇ, ਵਰਤਾਓ ਕਰਦੇ ਨੇ। ਦੋਸਤੀ ਹੈ ਨਾ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂ ਬੇਨੰਤੀਆਂ। ਕਹਿੰਦੇ ਤੂੰ ਮੇਰੇ ਯਾਰ ਮੇਰੀ ਬੇਨਤੀ ਸੁਣ। ਹੁਣ ਕ੍ਰਿਸ਼ਨ ਜੀ ਇਸ ਮੰਗ ਉੱਤੇ ਦੇਵਤਿਆਂ ਦਾ ਜ਼ਰੂਰ ਤਰਾ ਨਿਕਲ ਗਿਆ ਹੋਏਗਾ ਕਿ ਸ਼ਾਇਦ ਇਤਿਹਾਸ ਵਿੱਚ ਦੂਜੀ ਵਾਰ ਦੇਵਤਿਆਂ ਦਾ ਤਰਾ ਉਸ ਵੇਲੇ ਨਿਕਲੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਰ ਮੰਗਿਆ ਸੀ। ਪਾਤਸ਼ਾਹ 10ਵੀਂ ਕ੍ਰਿਸ਼ਨ ਅਵਤਾਰ 1899 ਪੇਜ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ 10ਵੇਂ ਗ੍ਰੰਥ ਵਿੱਚ ਕਹਿੰਦੇ, ਹੇ ਰਵ, ਹੇ ਸਸ, ਹੇ ਕਰੁਣਾ ਨਿਧ, मेरी अबै बिनती सुन लीजै। और न मांगत हूँ तुम ते कछ, चाहत हूँ चित मैं सोई कीजै। शस्त्रन सो अत ही रण भीतर, जूझ मरूं तो साच भतीजै। संत सहाय सदा जग माए, कृपा कर श्याम ਇਹ ਬਰ ਦੀਜੈ। ਰੱਬ ਤੇ ਸੱਸ ਦੇਵਤੇ ਨੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਕੋਲ ਕੀ ਮੰਗਿਆ? ਜੰਗ ਵਿੱਚ ਜੂਝ ਮਰਨਾ। ਇਸ ਗੱਲ ਤੋਂ ਦੇਵਤੇ ਡਰਦੇ ਸੀ, ਕੰਬਦੇ ਸੀ, ਕਿਤੇ ਮਰੀਏ ਨਾ। ਸਮੁੰਦਰ ਰਿੜਕਿਆ, ਐਸੀ ਦਵਾਈ ਨਿਕਲ ਆਈ ਜਿਸ ਦਾ ਮਰਨਾ ਹੀ ਭੁੱਲ ਗਿਆ, ਪਰ ਉਸ ਦਾ ਨਾਮ ਅੰਮ੍ਰਿਤ ਰੱਖਿਆ। ਉਸ ਅੰਮ੍ਰਿਤ ਦੀ ਵੰਡ ਉੱਤੇ ਫਿਰ ਲੜਾਈ ਹੋ ਗਈ, ਚਲਾਕੀਆਂ ਸ਼ੁਰੂ ਹੋ ਗਈਆਂ। ਪਰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੂਝ ਮਰਨ ਦਾ ਵਰ ਮੰਗਦੇ ਨੇ, ਸਾਰੇ ਦੇਵਤੇ ਗਣਾਂ ਦਾ ਤਰਾਹ ਨਿਕਲ ਜਾਂਦਾ ਹੈ। ਉਹ ਗੁਰੂ ਬਲਵਾਨ ਸੀ, ਇਸ ਕਰਕੇ ਦੋਸਤ ਦੀ ਲੋੜ ਹੈ। ਪਰ ਖੈਰ ਮੰਨ ਲੈਂਦੇ ਆ, ਕ੍ਰਿਸ਼ਨ ਦੀ ਦੋਸਤੀ ਦੇਵਤਿਆਂ ਦੇ ਵਰ ਕਰਕੇ ਨਿਭ ਗਈ। ਪਰ ਅਰਜਨ ਡਰ ਜਾਂਦਾ ਸੀ, ਪਰ ਕ੍ਰਿਸ਼ਨ ਉਸ ਨੂੰ ਬੇਡਰ ਕਰ ਰੱਖਦਾ ਸੀ। ਅਰਜਨ ਤਲਵਾਰ ਸੁੱਟ ਦਿੰਦਾ ਸੀ, ਪਰ ਕ੍ਰਿਸ਼ਨ ਉਸ ਦੇ ਹੱਥ ਵਿੱਚ ਧਨੁਸ਼ ਫੜਾ ਦਿੰਦਾ ਸੀ। ਕ੍ਰਿਸ਼ਨ ਜਦ ਇਸ ਮਾਤ ਲੋਕ ਤੋਂ ਚੜ੍ਹਾਈ ਕਰ ਜਾਂਦਾ, ਅਰਜਨ ਨੂੰ ਸਭ ਤੋਂ ਜ਼ਿਆਦਾ ਦੁੱਖ ਕੇਵਲ ਅਰਜਨ ਨੂੰ ਹੁੰਦਾ ਹੈ। ਮਹਾਭਾਰਤ ਵਿੱਚ ਮੈਂ ਪੜ੍ਹ ਰਿਹਾ ਸੀ, ਕ੍ਰਿਸ਼ਨ ਮਹਾਰਾਜ ਜੀ ਦੇ ਜਾਣ ਦਾ ਰੁੱਦਲ ਲਿਖਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਨਾ ਦੇਖ ਕਰ ਕਹਿੰਦੇ ਮੈਨੂੰ ਬੜਾ ਦੁੱਖ ਹੈ, ਸਿਰ ਮੇਰਾ ਚਕਰਾ ਰਿਹਾ ਹੈ, ਚਿੱਤ ਅਤਿਅੰਤ ਉਦਵਗਨ ਹੋ ਗਿਆ ਹੈ, ਇੱਕ ਖਿੰਨ ਵੀ ਸ਼ਾਂਤੀ ਨਹੀਂ ਮਿਲਦੀ ਹੈ। ਜਨਾਰਦਨ ਦੇ ਬਿਨਾਂ ਹੁਣ ਮੈਂ ਜਿਉਂਦਾ ਨਹੀਂ ਰਹਿ ਸਕਦਾ। ਮਹਾਭਾਰਤ ਵਿੱਚ ਅੱਜ ਵੀ 81, 22 ਤੇ 23 ਤੇ ਪੜ੍ਹ ਕੇ ਦੇਖਿਓ। ਸ਼ਾਇਦ ਅਰਜਨ ਉਸ ਵੇਲੇ ਪ੍ਰਾਣ ਤਿਆਗ ਦਿੰਦਾ, ਪਰ ਵਿਆਸ ਜੀ ਦੀ ਸ਼ਾਂਤੀ ਦਿੰਦੇ ਸਮਝਾਉਂਦੇ ਸੀ। ਮਹਾਭਾਰਤ ਵਿੱਚ ਲਿਖਿਆ, ਇਸ ਪ੍ਰਿਥਵੀ ਦਾ ਭਾਰ ਉਤਾਰਨ ਦੇ ਵਾਸਤੇ ਹੀ ਉਹਨਾਂ ਦਾ ਜਨਮ ਸੀ। ਉਹ ਕੰਮ ਪੂਰਾ ਹੋ ਗਿਆ, ਉਸ ਦੇ ਹਾਲ ਵਿੱਚ ਉਹ ਆਪਣੇ ਸੱਥ ਨੂੰ ਚਲੇ ਗਏ। ਇਸ ਕਰਕੇ ਮਿੱਤਰ ਦਾ ਹੋਣਾ ਬੜਾ ਜ਼ਰੂਰੀ ਸੀ। ਮਰਦਾਨਾ ਸੰਕੇਤ ਹੈ, ਹੁਨਰ ਹੈ, ਜਿਸ ਨੇ ਕਲਯੁਗ ਉੱਤੇ ਫਤਿਹ ਪਾਉਣੀ ਸੀ। ਉਹ ਪਹਿਲਾ ਆਦਮੀ ਜਿਸ ਦਾ ਮਨ ਗੁਰੂ ਦੇ ਸਵਰ ਬ੍ਰਹਮ ਨਾਲ ਵਿਭੂਸ਼ ਕਰ ਦਿੰਦਾ ਸੀ। ਮਰਦਾਨਾ ਸੇਵਕ ਸੀ, ਸਿੱਖ ਸੀ, ਚੇਲਾ ਸੀ, ਰਾਗੀ ਸੀ, ਰਬਾਬੀ ਸੀ, ਪਰ ਜੋ ਕੁਛ ਵੀ ਸੀ ਉਹ ਇਸ ਗੱਲ ਦਾ ਮਾਣ ਜ਼ਰੂਰ ਰੱਖਦਾ ਸੀ ਕਿ ਗੁਰੂ ਉਸ ਦਾ ਦੋਸਤ ਹੈ। ਬਾਬਾ ਜੀ
ਉਸ ਨੂੰ ਦੋਸਤ ਸਮਝਦੇ ਸੀ ਤੇ ਜਿਸ ਨਾਲ ਉਸ ਦਾ ਦਿਲ ਮਿਲ ਗਿਆ। ਵੇਖੋ, ਜਿਹਦੇ ਨਾਲ ਦਿਲ ਮਿਲ ਜਾਂਦਾ ਉੱਥੇ ਕੋਈ ਵਿਤਕਰਾ ਨਹੀਂ ਹੁੰਦਾ ਹੈ। ਜਿਹਦੇ ਨਾਲ ਦਿਲ ਮਿਲ ਜਾਂਦਾ ਉਹਦੇ ਨਾਲ ਕੋਈ ਜਾਤ ਪਾਤ ਨਹੀਂ ਹੈ, ਉੱਚਾ ਨੀਵਾਂ ਨਹੀਂ ਹੈ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲ ਕਹੀਐ ਰੇ ਮਿਲਿਆ ਕਹੀਐ ਰੇ ਸੋਈ। ਤਲੰਗ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ। ਗੁਰੂ ਜੀ ਨੇ ਦੋਸਤ ਨੀਵੀਂ ਜਾਤ ਵਿੱਚ ਡੂਮ ਕੌਮ ਵਿੱਚ ਚੁਣਿਆ ਸੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੋਸਤ ਮਰਦਾਨੇ ਦੇ ਅਖੀਰਲੇ ਤੱਕ ਬਾਬਾ ਨਾਲ ਨਿਭਿਆ ਹੈ। ਮਰਦਾਨੇ ਦਾ ਹੋਇਆ ਗੁਰੂ ਬਾਬਾ ਅਫਗਾਨਿਸਤਾਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਰ ਉਸ ਸਮੇਂ ਸੀ, ਤੇ ਜਦੋਂ ਉੱਥੇ ਸਤਿਗੁਰੂ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਤਾਣ ਦੇ ਕੁਰਮ ਇਲਾਕੇ ਦੇ ਵਿੱਚ ਨੇ ਸਤਿਗੁਰੂ ਸੱਚੇ ਪਾਤਸ਼ਾਹ, ਜਿਹਨੂੰ ਦਰਬੇਲਾ ਵੀ ਕਿਹਾ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਸਮੇਂ ਵੀ ਫਿਰ ਮਹਾਰਾਜ ਜੀ ਟੁੱਟੀ ਤੰਤਰ ਬਾਬ ਕੀ ਵਾਜੈ ਨਹੀਂ ਵਜੋਗ। ਸਤਿਗੁਰੂ ਸੱਚੇ ਪਾਤਸ਼ਾਹ ਉਸ ਸਮੇਂ ਨਬੀਆਂ ਵਾਲੇ ਦਿਲ ਤੇ ਪੈਗੰਬਰਾਂ ਵਾਲਾ ਦਿਮਾਗ ਚਾਹੀਦਾ। ਆਪਣੀ ਤੁਸ਼ ਬੁੱਧ ਨਾਲ ਵਲਵਲੇ ਨੂੰ ਕਲਪਿਤ ਨਹੀਂ ਸੀ ਕਰ ਸਕਦੇ। ਅੰਤ ਵੇਲੇ ਫਿਰ ਮਰਦਾਨੇ ਦੀ ਦੇਹ ਨਿਰਜਿੰਦ ਪਈ ਹੈ, ਕੋਲ ਰਬਾਬ ਹੈ। ਬਾਬਾ ਕਹਿ ਰਿਹਾ ਅੱਜ ਰਬਾਬ ਦੀ ਤਾਰ ਟੁੱਟ ਗਈ ਹੈ, ਟੁੱਟੀ ਤੰਤਰ ਬਾਬ ਕੀ ਵਾਜੈ ਨਹੀਂ ਵਜੋ। ਆਪਣਾ ਵਿਛੋੜਾ ਘੱਟ ਕਰ ਲਈ ਉਹ ਫਿਰ ਕਹਿ ਰਹੇ ਨੇ, ਜੋ ਉਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ, ਗੁਰ ਪ੍ਰਸਾਦੀ ਤੇ ਸੰਭਲਾ ਤਾਂ ਤਨ ਦੁੱਖ ਨਾ ਹੋਏ। ਰਾਮਕਲੀ ਦੱਖਣੀ ਓਂਕਾਰ ਰਾਮਕਲੀ ਰਾਗ ਵਿੱਚ। ਕੀ ਮਰਦਾਨਾ ਰਬਾਬੀ ਸੀ? ਨਹੀਂ, ਉਹ ਆਪ ਰਬਾਬ ਸੀ। ਉਸ ਦੀ ਦੇਹ ਰਬਾਬ ਦੀ ਤਾਰ ਸੀ, ਉਸ ਦਾ ਮਰਨਾ ਕੇਵਲ ਰਬਾਬ ਦੀ ਤਾਰ ਟੁੱਟਣੀ ਸੀ। ਰਬਾਬ ਸਾਬਤ ਹੈ, ਚਾਹੇ ਤਾਰ ਟੁੱਟਣ ਕਰਕੇ ਵੱਜਦੀ ਨਹੀਂ, ਪਰ ਤਾਰ ਦਾ ਟੁੱਟਣਾ ਤਾਂ ਮਾਮੂਲੀ ਗੱਲ ਹੈ। ਟੁੱਟੀ ਤੰਤਰ ਬਾਬ ਕੀ ਵਾਜੈ ਨਹੀਂ ਵਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਮਰਦਾਨਾ ਰਬਾਬ ਰੂਪ ਹੋ ਕੇ ਵੱਜ ਗਿਆ, ਉਸ ਦਾ ਕੀਰਤਨ ਯੁੱਗ ਪਲਟ ਗਿਆ ਸੀ। ਰਬਾਬ ਕੀਰਤਨ ਨੂੰ ਸਤਿਯੁਗ ਕਰ ਦਿੰਦੀ ਸੀ। ਮਰਦਾਨੇ ਦੀ ਰਬਾਬ ਵਿੱਚ ਚੌਥਾ ਪਰਦਾ ਸੀ, ਜੋ ਫਰਾਬੀ ਦੇ ਵਾਜੇ ਵਿੱਚ ਨਹੀਂ ਸੀ। ਇਹ ਚੌਥਾ ਪਰਦਾ ਅਨਹਦ ਦਾ ਸੀ, ਜਿੱਥੇ ਬੰਦਾ ਰੋਂਦਾ ਸੌਂਦਾ ਹੱਸਦਾ ਸੀ। ਸੱਚ ਇਹ ਕਿ ਜਿਸ ਦਿਨ ਬਾਬੇ ਨੇ ਕੀਰਤਨ ਕੀਤਾ, ਚੌਥਾ ਪਰਦਾ ਮਰਦਾਨੇ ਨੇ ਫੇਰਿਆ। ਉਸ ਦਿਨ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੇ। ਉਸ ਦਿਨ ਮਨ ਦੀ ਜਿਹੜੀ ਹਾਲਤ ਸੀ ਉਹ ਗੁਰੂ ਬਾਬੇ ਪ੍ਰਮਾਤਮਾ ਨਾਲ ਇੱਕ ਹੋ ਚੁੱਕੀ ਸੀ। ਉਹ ਫਰਾਬੀ ਗੁਰੂ ਸਾਹਿਬ ਤੋਂ 1000 ਪਹਿਲਾਂ ਰਬਾਬ ਬਗਦਾਦ ਛੱਡ ਕੇ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਰਬਾਬ ਦੇ ਦੁਆਰਾ ਸਾਰੇ ਜਗਤ ਨੂੰ ਇਹ ਕੀਰਤਨ ਦਾ ਰੱਬੀ ਗੁਣਾਂ ਦਾ ਗਿਆਨ ਦਿੰਦੇ ਸੀ। ਸੋ ਹੁਕਮ ਹੋਇਆ ਸੀ ਸੰਗਤ ਦਾ ਕਿ ਰਬਾਬ ਦੱਸੋ ਕਦੋਂ ਜਨਮ ਹੋਇਆ, ਕਿਸ ਨੇ ਇਹਨੂੰ ਬਣਾਇਆ, ਕਿਸ ਨੇ ਇਹਦਾ ਜਨਮ ਕਰਾਇਆ। ਮੈਂ ਨਿਮਾਣੀ ਜੀ ਕੋਸ਼ਿਸ਼ ਕੀਤੀ, ਚਲੋ ਸਮਾਂ ਤੇ ਕਾਫੀ ਹੋ ਗਿਆ, ਪਰ ਹੋਰ ਥੋੜੇ ਸਮੇਂ ਦੇ ਵਿੱਚ ਰਹਿ ਕੇ ਅਸਾਂ ਨੇ ਗੁਰੂ ਸਾਹਿਬ ਦੇ ਨਾਲ ਸਾਂਝ ਪਾਈ ਹੈ। ਅਬੂ ਨਾਸਰ ਬਲਖ ਬੁਕਾਰੇ ਦਾ ਰਹਿਣ ਵਾਲਾ ਤੇ ਸ਼ਹਿਰ ਫਰਾਬ ਦਾ, ਜਿਸ ਨੂੰ ਹਕੀਮ ਫਰਾਬੀ ਕਰਕੇ ਜਾਣਿਆ ਜਾਂਦਾ ਸੀ, ਜਿੱਥੇ ਫਿਲਾਸਫਰ ਸੀ, ਗਵਈਆ ਸੀ, ਵਜੰਤਰੀ ਸੀ, ਪਰ ਉੱਥੇ ਗੁਰੂ ਸਾਹਿਬ ਨੇ ਇਹਦੇ ਵਿੱਚ ਜਿਹੜਾ ਗਿਆਨ ਰੱਖਿਆ ਸੀ ਉਹ ਨਿਮਰਤਾ ਦਾ ਸੀ, ਪਿਆਰ ਦਾ ਸੀ। ਕੇਵਲ ਸੰਸਾਰੀ ਬਾਹਰੀ ਕੱਪੜਿਆਂ ਦੀ ਜਿੱਥੇ ਲੋੜ ਹੈ, ਉੱਥੇ ਅੰਦਰਲੇ ਮਨ ਨੇ ਕੱਪੜਿਆਂ ਦੀ ਵੀ ਲੋੜ ਹੈ। ਸੋ ਕਰਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ, ਇੰਨੀ ਸੇਵਾ ਕਬੂਲ ਕਰਿਓ ਜੀ। ਰਬਾਬ ਦਾ ਜਨਮ ਆਪ ਜੀ ਨੂੰ ਸੁਣਾਇਆ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।